सत श्री अकाल दोस्तों, वेलकम टू डोरस्टैप एजुकेशन पॉइंट। उम्मीद करदा तुसीं सब वधिया होने आ। अज दी क्लास विच कंटीन्यूअस एंड कॉम्प्रीहेंसिव इवैल्यूएशन नूं डिस्कस करन जा रहे हां। ये टॉपिक तुहाडे पीएसटैट पेपर 1 एंड पेपर 2 दोनों लई ही यूजफुल है। सो जेकर तुसीं 20 दिनां विच पीएसटैट दा पेपर क्लीयर करना चाहुंदे हो ते तुसीं इन्हां वीडियोज़ नूं बड़े ही ध्यान नाल सुनना है एंड अपनी जिहड़ी प्लेलिस्ट बनी हुई है सीडीपी दी उत्थे वाले सारे टॉपिक्स भी समझने ने। एंड इस टॉपिक दे विचों तुहानूं एसएसटी दे विच, साइंस दे विच, अंग्रेजी पैडागोजी दे विच एंड कदे कदाए चाइल्ड डेवलपमेंट एंड पैडागोजी वाले सैक्शन विच भी प्रश्न पूछ लए जांदे आ। ओवरऑल कह सकते हैं किसी भी सैक्शन विच सबजैक्ट नूं रिलेट करके इस टॉपिक विचों प्रश्न बन जांदे हुंदे आ। सो ये टॉपिक काफी इंपॉर्टेंट है। सो शुरू करते हैं अज दी अपनी क्लास नूं शुरू करने तो पहला चैनल नूं सबसक्राइब जरूर कर लियो एंड इस वीडियो नूं लाइक भी कर दियो। गल करने आ CCE दी, इनू आपां शॉर्ट फॉर्म दे विच कहने आ CCE दी फुल फॉर्म की है जी? इहदी फुल फॉर्म हैगी है जी कंटीन्यूअस एंड कॉम्प्रीहेंसिव इवैल्यूएशन। ਇਹ ਇੱਕ ਇਹੋ ਜਿਹਾ ਮੁਲਾਂਕਣ ਕਰਨ ਦਾ ਤਰੀਕਾ ਹੈਗਾ ਆ ਜਿਹੜਾ ਕਿ ਸਕੂਲਾਂ ਵਿੱਚ ਵਰਤਿਆ ਜਾਂਦਾ ਹੈ, ਸਪੈਸ਼ਲੀ CBSE ਸਕੂਲ ਦੇ ਵਿੱਚ, ਜਿਹਦੇ ਵਿੱਚ ਬੱਚਿਆਂ ਦਾ ਜਿਹੜਾ ਮੁਲਾਂਕਣ ਹੈ ਉਹ ਸਾਰਾ ਸਾਲ ਕੀਤਾ ਜਾਂਦਾ, ਸਿਰਫ ਪ੍ਰੀਖਿਆਵਾਂ ਦੇ ਥਰੂ ਨਹੀਂ। मतलब ਆਪਾਂ ਬੱਚਿਆਂ ਦਾ ਮੁਲਾਂਕਣ ਕਰਨ ਲਈ ਮੇਨ ਕਿਹੜੀਆਂ ਗੱਲਾਂ ਨੂੰ ਅਪਣਾਉਂਦੇ ਆ? ਆਪਾਂ ਬੱਚੇ ਤੋਂ ਟੈਸਟ ਲੈ ਲੈਂਦੇ ਆ ਸਾਲ ਦੇ ਐਂਡ ਵਿੱਚ। ਬਟ CCE ਭਾਵ ਕੰਟੀਨਿਊਅਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ ਦੇ ਵਿੱਚ ਆਪਾਂ सारा साल ही बच्चों का जिहड़ा मुलांकन हैगा आ जी वो करते रहने आ। एंड ये मुलांकन आप करते किवें आ जी? डिफरेंट फॉर्म्स ऑफ असैसमेंट नाल। किहड़ी असैसमेंट हो सकती है जी? जिवें कि कुछ फॉर्मेटिव असैसमेंट्स हुंदियां ने, समैटिव असैसमेंट्स हुंदियां ने एंड उन्हां विच भी आपां मेनली ऐड करते हैं क्विज़िस नूं। क्विज़िस जिहड़ियां हुंदियां ने जी आपां प्रश्न वगैरह पा दिंदे आ, बच्चों नूं प्रश्न पुछ लैंदे आ, कोई बच्चों नूं आपां प्रोजैक्ट वर्क वगैरह दे दिंदे आ, प्रैजेंटेशन ਕਰਨ ਨੂੰ ਦਿੰਨੇ ਆ। ਪ੍ਰੈਜੈਂਟੇਸ਼ਨ ਦੇ ਨਾਲ ਆਪਾਂ ਬੱਚਿਆਂ ਦੀ ਜਿਹੜੀ ਪਾਰਟਿਸਿਪੇਸ਼ਨ ਹੈਗੀ ਆ ਕਲਾਸ ਦੇ ਵਿੱਚ ਉਹ ਵਧਾਉਣ ਦੀ ਕੋਸ਼ਿਸ਼ ਕਰਦੇ ਆ। ਓਵਰਆਲ ਤੁਸੀਂ ਵੇਖ ਸਕਦੇ ਹੋ ਕਿ ਆਪਾਂ ਇੱਥੇ ਬੱਚਿਆਂ ਨੂੰ ਮੋਟੀਵੇਟ ਕਰਦੇ ਆ, ਫੀਡਬੈਕ ਦਿੰਨੇ ਆ ਰੈਗੂਲਰ ਬੇਸਿਸ ਤੇ, ਜਿਹਦੇ ਨਾਲ ਬੱਚੇ ਵਿੱਚ ਜਿਹੜੀ ਵੀ ਕਮੀ ਪੇਸ਼ੀ ਵੇਖਣ ਨੂੰ ਮਿਲੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ। ਇਹਨੂੰ ਹੀ ਆਪਾਂ ਕਹਿੰਦੇ ਆ ਜੀ CCE। ਐਂਡ ਇਹਦੇ ਵਿੱਚ ਬੱਚਿਆਂ ਦੇ ਵਿੱਚ ਕਿਹੜੀਆਂ ਕਮੀਆਂ ਪਾਈਆਂ ਜਾਂਦੀਆਂ ਨੇ, ਉਹਦੀਆਂ ਸਟਰੈਂਥ ਕੀ ਨੇ। ਜਦੋਂ ਕੋਈ ਬੱਚਾ ਕਿਸੇ ਸਪੈਸੀਫਿਕ ਸਬਜੈਕਟ ਵਿੱਚ ਸਟਰੈਂਥ ਹੈਗੀ ਆ ਉਹਦੀ, ਤੇ ਆਪਾਂ ਉਸ ਸਬਜੈਕਟ ਨੂੰ ਹੋਰ ਜ਼ਿਆਦਾ ਸਟਰੋਂਗ ਕਿਵੇਂ ਬਣਾ ਸਕਦੇ ਆ। ਜੇਕਰ ਕੋਈ ਬੱਚਾ ਕਿਸੇ ਸਬਜੈਕਟ ਵਿੱਚ ਵੀਕ ਹੈ, ਸਲੋ ਲਰਨਰ ਹੈ, ਤੇ ਆਪਾਂ ਉਹਦੀਆਂ ਕਮੀਆਂ ਨੂੰ ਦੂਰ ਕਰਕੇ ਉਸ ਸਬਜੈਕਟ ਵਿੱਚ ਕਿਵੇਂ ਵਧੀਆ ਕਰ ਸਕਦੇ ਆ। ਇਹੀ ਮੇਨ ਮੋਟਿਵ ਹੈਗਾ ਜੀ CCE ਦਾ, ਕੰਟੀਨਿਊਅਸ ਕੰਪਰੀਹੈਂਸਿਵ ਇਵੈਲੂਏਸ਼ਨ ਦਾ। ਗੱਲ ਕਰਦੇ ਆ ਕਿ ਇਹਦੇ ਜਿਹੜੇ ਕੀ ਫੀਚਰਸ ਨੇ, ਜਿਹੜੀਆਂ ਵਿਸ਼ੇਸ਼ਤਾਵਾਂ ਨੇ CCE ਦੀਆਂ, ਇਹਦੇ ਬਾਰੇ ਵੀ ਆਪਾਂ ਡਿਸਕਸ ਕਰ ਲੈਣੇ ਆ ਕਿ ਇੱਥੇ ਤੁਹਾਨੂੰ 4 ਜਿਹੜੇ ਕੀ ਫੀਚਰਸ ਨੇ ਜੀ ਇਹ ਵੇਖਣ ਨੂੰ ਮਿਲਦੇ ਆ। ਕੰਟੀਨਿਊਅਸ ਅਸੈਸਮੈਂਟ ਹੁੰਦੀ ਹੈ, ਮਲਟੀਪਲ ਅਸੈਸਮੈਂਟ ਹੁੰਦੀ ਹੈ, ਕੰਪਰੀਹੈਂਸਿਵ ਇਵੈਲੂਏਸ਼ਨ ਹੁੰਦੀ ਹੈ ਐਂਡ ਇਹਦੇ ਵਿੱਚ ਫੀਡਬੈਕ ਵੀ ਆਪਾਂ ਐਡ ਕਰਦੇ ਆ। ਇਹਨਾਂ ਨੂੰ ਵੀ ਆਪਾਂ ਸਮਝ ਲੈਣੇ ਆ। ਕੰਟੀਨਿਊਅਸ ਅਸੈਸਮੈਂਟ ਦਾ ਕੀ ਭਾਵ ਹੈ ਕਿ ਇਹ ਨਿਰੰਤਰ ਚੱਲਦੀ ਰਹਿੰਦੀ ਪ੍ਰਕਿਰਿਆ ਹੈਗੀ ਆ। CCE ਕੀ ਹੈਗੀ ਆ ਜੀ? ਇਹ ਨਿਰੰਤਰ ਚੱਲਦੀ ਰਹਿੰਦੀ ਪ੍ਰਕਿਰਿਆ ਹੈਗੀ ਆ, ਜਿਹਦੇ ਵਿੱਚ ਆਪਾਂ ਬੱਚਿਆਂ ਦੇ ਲਰਨਿੰਗ ਪ੍ਰੋਗਰੈਸ ਨੂੰ ਐਕਸੈਸ ਕਰਦੇ ਰਹਿੰਦੇ ਆ। ਬੱਚਿਆਂ ਦਾ ਜਿਹੜਾ ਵੀ ਲਰਨਿੰਗ ਪ੍ਰੋਸੈਸ ਜਿਹੜੀ ਚੱਲ ਰਹੀ ਹੈ ਐਂਡ ਇਹਦੇ ਵਿੱਚ ਆਪਾਂ ਕਰਦੇ ਕੀ ਆ? ਇਹਦੇ ਵਿੱਚ ਬੱਚਿਆਂ ਦਾ ਨਾ ਸਿਰਫ ਇੱਕ ਟੈਸਟ ਤੇ ਆਪਾਂ ਕੀ ਕਰਦੇ ਆ ਜੀ ਡਿਪੈਂਡੈਂਟ ਨਹੀਂ ਰਹਿੰਦੇ। ਆਪਾਂ ਸਾਰਾ ਸਾਲ ਵੇਟ ਨਹੀਂ ਕਰਦੇ, ਸਾਲ ਦੇ ਐਂਡ ਦੇ ਆਪਾਂ ਟੈਸਟ ਲੈਣੇ ਹੀ ਆ, ਬਟ ਉਸ ਤੋਂ ਪਹਿਲਾਂ ਵੀ ਆਪਾਂ ਕਾਫੀ ਸਾਰੇ ਜਿਹੜੇ ਫਾਰਮੈਟਿਵ ਟੈਸਟ ਨੇ ਜੀ ਉਹ ਵੀ ਲੈ ਲੈਣੇ ਆ। ਜਿਵੇਂ ਅੱਜ ਕੱਲ ਬਾਈ ਮੰਥਲੀ ਟੈਸਟ ਵੀ ਪੰਜਾਬ ਵਿੱਚ ਲੈ ਜਾ ਰਹੇ ਆ। ਸੋ ਇਹ ਕਿਹਦਾ ਪਾਰਟ ਹੈਗਾ? ਇਹ CCE ਦਾ ਹੀ ਕਿਤੇ ਨਾ ਕਿਤੇ ਪਾਰਟ ਹੈ। ਸੋ ਇਹਨੂੰ ਆਪਾਂ ਕੰਟੀਨਿਊਅਸ ਕਹਿੰਦੇ ਆ ਕਿ ਇਹ ਲਗਾਤਾਰ ਚੱਲਦੀ ਰਹਿੰਦੀ ਹੈ ਜਿਹੜੀ ਇਹ ਅਸੈਸਮੈਂਟ ਹੈਗੀ ਆ। ਦੂਸਰੇ ਨੰਬਰ ਤੇ ਹੈ ਜੀ ਮਲਟੀਪਲ ਅਸੈਸਮੈਂਟ। ਮਲਟੀਪਲ ਅਸੈਸਮੈਂਟ ਦਾ ਭਾਵ ਇਹ ਹੈ ਕਿ ਇਹਦੇ ਵਿੱਚ ਆਪਾਂ ਕਿੰਨੀਆਂ ਸਾਰੀਆਂ ਅਸੈਸਮੈਂਟ ਨੂੰ ਐਡ ਕਰ ਦਿੰਨੇ ਆ। ਜਿਵੇਂ ਕਿ ਤੁਸੀਂ ਸੁਣਿਆ ਹੋਊਗਾ ਫਾਰਮੈਟਿਵ ਅਸੈਸਮੈਂਟ ਬਾਰੇ, ਆਪਾਂ ਇਹਦੇ ਵਿੱਚ ਫਾਰਮੈਟਿਵ ਅਸੈਸਮੈਂਟ ਕਰਦੇ ਆ। ਫਾਰਮੈਟਿਵ ਅਸੈਸਮੈਂਟ ਵਿੱਚ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਬੱਚਿਆਂ ਨੂੰ ਨਾਲ ਦੇ ਨਾਲ ਫੀਡਬੈਕ ਦੇ ਦਿੰਦੇ ਹੋ ਕਿ ਮੰਨ ਲਓ ਕੋਈ ਤੁਸੀਂ ਬੱਚਿਆਂ ਨੂੰ ਯੂਨਿਟ ਪੜ੍ਹਾਈ, ਕੋਈ ਚੈਪਟਰ ਪੜ੍ਹਾਇਆ, ਉਹ ਚੈਪਟਰ ਪੜ੍ਹਾਉਣ ਤੋਂ ਬਾਅਦ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਬੱਚਿਆਂ ਨੇ ਕਿੰਨਾ ਕੁ ਸਮਝ ਲਿਆ, ਉਹਨੂੰ ਆਪਾਂ ਫਾਰਮੈਟਿਵ ਅਸੈਸਮੈਂਟ ਕਹਿੰਦੇ ਆ। ਕਿ ਜਦੋਂ ਤੁਸੀਂ ਬੱਚਿਆਂ ਨੂੰ ਉਹ ਟੌਪਿਕ ਪੜ੍ਹਾਤਾ, ਬੱਚਿਆਂ ਤੋਂ ਤੁਸੀਂ ਟੈਸਟ ਲੈ ਰਹੇ ਹੋ ਸਿਰਫ ਇਹ ਵੇਖਣ ਲਈ ਕਿ ਬੱਚੇ ਨੂੰ ਕਿਹੜੀਆਂ ਚੀਜ਼ਾਂ ਨਹੀਂ ਸਮਝ ਲੱਗੀਆਂ। ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਬੱਚੇ ਨੂੰ ਇੱਥੋਂ ਸਮਝ ਨਹੀਂ ਲੱਗੀ ਤੇ ਉਹਨੂੰ ਤੁਸੀਂ ਰੈਗੂਲਰ ਬੇਸਿਸ ਤੇ ਫੀਡਬੈਕ ਦੇ ਦਿੰਦੇ ਹੋ ਕਿ ਬੇਟਾ ਇੱਥੋਂ ਤੂੰ ਮਿਹਨਤ ਕਰ ਲੈ, ਇਹ ਵਾਲਾ ਟੌਪਿਕ ਤੈਨੂੰ ਸਮਝ ਨਹੀਂ ਲੱਗਿਆ। ਸੋ ਉਹਨੂੰ ਆਪਾਂ ਕਹਿੰਦੇ ਆ ਜੀ ਫਾਰਮੈਟਿਵ ਅਸੈਸਮੈਂਟ। ਸਮੈਟਿਵ ਅਸੈਸਮੈਂਟ ਜਿਹੜੀ ਕਿ ਸਾਲ ਦੇ ਐਂਡ ਵਿੱਚ ਲਈ ਜਾਂਦੀ ਆ ਜਾਂ ਫਿਰ ਟਰਮ ਦੇ ਐਂਡ ਵਿੱਚ ਲਈ ਜਾਂਦੀ, ਜਿਹੜੇ ਪੇਪਰ ਹੋ ਸਕਦੇ ਨੇ ਜੀ, ਕੋਈ ਹੋਰ ਵੀ ਟੈਸਟ ਹੋ ਸਕਦਾ ਹੈ। ਸੋ ਇਹਨੂੰ ਆਪਾਂ ਸਮੈਟਿਵ ਅਸੈਸਮੈਂਟ ਕਹਿੰਦੇ ਆ। ਵੈਸੇ ਤਾਂ ਇਹਦੀ ਡਿਟੇਲ ਵੀਡੀਓ ਮੈਂ ਆਲਰੇਡੀ ਬਣਾਈ ਹੋਈ ਹੈ, ਸਮੈਟਿਵ ਅਸੈਸਮੈਂਟ ਐਂਡ ਫਾਰਮੈਟਿਵ ਅਸੈਸਮੈਂਟ। ਇਹਦੇ ਲਈ ਤੁਹਾਨੂੰ ਜਾਣਾ ਪਊਗਾ ਜੀ ਪੀਐਸਟੈਟ ਦੀ CDP ਵਾਲੀ ਪਲੇਲਿਸਟ ਵਿੱਚ, ਉੱਥੋਂ ਤੁਸੀਂ ਐਕਸਪਲੋਰ ਕਰ ਲਿਓ। ਬਟ ਅੱਜ ਆਪਾਂ ਗੱਲ ਕਰ ਰਹੇ ਹਾਂ CCE ਦੀ। ਜਦੋਂ ਆਪਾਂ CCE ਦੇ ਵਿੱਚ ਮਲਟੀਪਲ ਅਸੈਸਮੈਂਟ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਕਿੰਨੀਆਂ ਤਰ੍ਹਾਂ ਦੀਆਂ ਅਸੈਸਮੈਂਟਸ
ਅਸੈਸਮੈਂਟਸ ਆ ਜਾਂਦੀਆਂ ਨੇ ਤੇ ਇਹਨਾਂ ਸਾਰੀਆਂ ਹੀ ਅਸੈਸਮੈਂਟ ਨੂੰ ਆਪਾਂ ਕੀ ਕਰਦੇ ਆ ਜੀ ਇਨਕਲੂਡ ਕਰਦੇ ਆ ਬੱਚਿਆਂ ਦੇ ਕੰਪਰੀਹੈਂਸਿਵ ਪਿਕਚਰ ਲਈ। ਕੰਪਰੀਹੈਂਸਿਵ ਪਿਕਚਰ ਦੀ ਗੱਲ ਆਪਾਂ ਜਦੋਂ ਕਰਦੇ ਆ ਇਹਦਾ ਮਤਲਬ ਇਹ ਹੈ ਕਿ ਬੱਚੇ ਦਾ ਜਿਹੜਾ ਓਵਰਆਲ ਡਿਵੈਲਪਮੈਂਟ ਹੋ ਰਿਹਾ ਜਾਂ ਫਿਰ ਨਹੀਂ ਹੋ ਰਿਹਾ ਉਹਨੂੰ ਚੈੱਕ ਕਰਨ ਲਈ ਆਪਾਂ ਕੀ ਕਰਦੇ ਆ ਜੀ ਕਿੰਨੀਆਂ ਸਾਰੀਆਂ ਅਸੈਸਮੈਂਟ ਨੂੰ ਇਨਕਲੂਡ ਕਰਦੇ ਆ। ਮਲਟੀਪਲ ਅਸੈਸਮੈਂਟ ਤੁਹਾਨੂੰ ਸਮਝ ਲੱਗ ਗਈ ਹੋਣੀ ਆ, ਕੰਟੀਨਿਊਅਸ ਅਸੈਸਮੈਂਟ ਸਮਝ ਲੱਗ ਗਈ ਹੋਗੀ। ਗੱਲ ਕਰਦੇ ਆ ਜੀ ਕੰਪਰੀਹੈਂਸਿਵ ਇਵੈਲੂਏਸ਼ਨ। ਕੰਪਰੀਹੈਂਸਿਵ ਇਵੈਲੂਏਸ਼ਨ ਦਾ ਭਾਵ ਇਹ ਆ ਕਿ ਸੀਸੀਈ ਦੇ ਥਰੂ ਬੱਚਿਆਂ ਦੇ ਨਾ ਆਪਾਂ ਜਿੰਨੇ ਵੀ ਐਸਪੈਕਟਸ ਨੇ ਉਹਨਾਂ ਦੀ ਪਰਫਾਰਮੈਂਸ ਨੂੰ ਲੈ ਕੇ ਆਪਾਂ ਸਾਰਿਆਂ ਨੂੰ ਧਿਆਨ ਵਿੱਚ ਰੱਖਦੇ ਆ। ਉਹਨਾਂ ਦੀ ਅਕੈਡਮਿਕ ਡਿਟੇਲ ਨੂੰ ਤਾਂ ਧਿਆਨ ਵਿੱਚ ਰੱਖਦੇ ਹੀ ਆ, ਜਿਵੇਂ ਕਿ ਉਹਨਾਂ ਦੇ ਜਿਹੜੇ ਨੰਬਰ ਹੋ ਗਏ ਉਹ ਨੰਬਰਾਂ ਦੇ ਨਾਲ ਉਹਨਾਂ ਦੇ ਗ੍ਰੇਡਸ ਕੀ ਨੇ ਜੀ, ਬੱਚਾ ਕਿਹੜੀ ਫੀਲਡ ਵਿੱਚ ਵਧੀਆ ਕਰ ਰਿਹਾ, ਉਹਦੇ ਨਾਲ ਨਾਲ ਬੱਚਿਆਂ ਦਾ ਜਿਹੜਾ ਸੋਸ਼ਲ ਐਂਡ ਇਮੋਸ਼ਨਲ ਡਿਵੈਲਪਮੈਂਟ ਕਿਸ ਤਰ੍ਹਾਂ ਹੋ ਰਿਹਾ, ਕਿੱਥੇ ਲੋੜ ਹੈ, ਇਹਨਾਂ ਗੱਲਾਂ ਦਾ ਵੀ ਧਿਆਨ ਰੱਖਦੇ ਆ। ਫੀਡਬੈਕ ਦੀ ਜਦੋਂ ਆਪਾਂ ਗੱਲ ਕਰੀਏ ਸੀਸੀਈ ਦੇ ਥਰੂ ਬੱਚਿਆਂ ਨੂੰ ਰੈਗੂਲਰ ਫੀਡਬੈਕ ਮਿਲ ਜਾਂਦਾ, ਬੱਚਿਆਂ ਦੇ ਨਾਲ ਨਾਲ ਟੀਚਰਾਂ ਨੂੰ ਵੀ ਫੀਡਬੈਕ ਮਿਲਦਾ ਰਹਿੰਦਾ ਕਿ ਬੱਚਿਆਂ ਨੂੰ ਇਸ ਮੈਥਡ ਨਾਲ ਜ਼ਿਆਦਾ ਤਰੀਕੇ ਨਾਲ ਵਧੀਆ ਤਰੀਕੇ ਨਾਲ ਸਮਝ ਆ ਰਿਹਾ ਤੇ ਬੱਚਿਆਂ ਨੂੰ ਇਸ ਤਰੀਕੇ ਨਾਲ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਨਹੀਂ ਸਮਝ ਆ ਰਿਹਾ। ਆਪਾਂ ਨੂੰ ਇਹ ਵੀ ਪਤਾ ਲੱਗਦਾ ਕਿ ਬੱਚਾ ਇਸ ਵਿਸ਼ਾ ਵਿੱਚ ਇਸ ਫੀਲਡ ਵਿੱਚ ਵੀਕ ਹੈ, ਸਲੋ ਹੈ, ਆਪਾਂ ਫਿਰ ਉਸ ਵਾਲੀ ਸਾਈਡ ਤੇ ਮਿਹਨਤ ਕਰਨਾ ਸ਼ੁਰੂ ਕਰ ਦਿੰਨੇ ਆ। ਓਵਰਆਲ ਟੀਚਰਸ ਐਂਡ ਬੱਚਿਆਂ ਲਈ ਆਪਾਂ ਕਹਿ ਸਕਦੇ ਹਾਂ ਸੀਸੀਈ ਕਾਫੀ ਇੰਪੋਰਟੈਂਟ ਹੈ। ਇਹ ਗੱਲ ਤੁਸੀਂ ਸਮਝ ਲਈ ਹੋਣੀ ਆ, ਕੀ ਫੀਚਰ ਸਮਝ ਲੈ ਕਿ ਸੀਸੀਈ ਹੈ ਕੀ, ਬੈਨੀਫਿਟ ਵੀ ਕੁਝ ਹੋਣਗੇ ਜੀ ਐਂਡ ਕੁਝ ਚੈਲੰਜਸ ਵੀ ਹੈਗੇ ਆ, ਇਹ ਵੀ ਸਮਝ ਲੈਣੇ ਆ। ਬੈਨੀਫਿਟ ਕੀ ਹੈ? ਅੱਜ ਦਾ ਐਜੂਕੇਸ਼ਨ ਸਿਸਟਮ ਚਾਈਲਡ ਸੈਂਟਰਡ ਐਜੂਕੇਸ਼ਨ ਸਿਸਟਮ ਹੈ, ਸਟੂਡੈਂਟ ਸੈਂਟਰਡ ਲਰਨਿੰਗ ਵੀ ਕਹਿ ਦਿੰਨੇ ਆਪਾਂ ਉਹਨੂੰ। ਸੋ ਜਿਹੜੀ ਸੀਸੀਈ ਹੈ ਨਾ ਉਹ ਬੱਚਿਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ ਕਿ ਆਪਾਂ ਬੱਚਿਆਂ ਨੂੰ ਸੈਂਟਰ ਵਿੱਚ ਲੈ ਕੇ ਚੱਲਦੇ ਆ। ਸੋ ਇਹ ਐਨਕਰੇਜ ਕਰਦੀ ਹੈ ਸਟੂਡੈਂਟ ਸੈਂਟਰਡ ਲਰਨਿੰਗ ਨੂੰ ਐਂਡ ਆਈਡੈਂਟੀਫਾਈ ਸਟੂਡੈਂਟ ਸਟਰੈਂਥ ਐਂਡ ਵੀਕਨੈਸ ਕਿ ਇਹਦੇ ਵਿੱਚ ਆਪਾਂ ਬੱਚਿਆਂ ਦੀ ਜਿਹੜੀਆਂ ਵੀਕਨੈਸ ਨੇ ਜੀ, ਉਹਨਾਂ ਦੀਆਂ ਜਿਹੜੀਆਂ ਸਟਰੈਂਥ ਨੇ ਉਹ ਕੀ ਕਰ ਸਕਦੇ ਆ ਜੀ ਆਈਡੈਂਟੀਫਾਈ ਕਰ ਸਕਦੇ ਆ ਐਂਡ ਉਹਨਾਂ ਤੇ ਵਰਕ ਕਰ ਸਕਦੇ ਆ। ਸਪੋਰਟ ਡਿਫਰੈਂਸ਼ੀਏਟਡ ਇੰਸਟਰਕਸ਼ਨ ਭਾਵ ਇਹ ਕਿ ਮੰਨ ਲਓ ਤੁਹਾਡੀ ਕਲਾਸ ਵਿੱਚ ਕੋਈ ਇੰਟੈਲੀਜੈਂਟ ਬੱਚਾ ਹੋ ਸਕਦਾ ਹੈ, ਕੋਈ ਤੁਹਾਡੀ ਕਲਾਸ ਵਿੱਚ ਸਲੋ ਲਰਨਰ ਹੋ ਸਕਦਾ ਹੈ। ਜਿਹੜਾ ਇੰਟੈਲੀਜੈਂਟ ਬੱਚਾ ਹੋਏਗਾ ਤੇ ਉਹਨੂੰ ਆਪਾਂ ਕੀ ਸਿਰਫ ਸਬਜੈਕਟ ਦੀਆਂ ਕਿਤਾਬਾਂ ਪੜਾਵਾਂਗੇ? ਬਿਲਕੁਲ ਨਹੀਂ, ਆਪਾਂ ਉਹਨੂੰ ਕੁਝ ਐਡੀਸ਼ਨਲ ਇਨਫੋਰਮੇਸ਼ਨ ਵੀ ਦਵਾਂਗੇ, ਉਹਨੂੰ ਕੋਈ ਹੋਰ ਵੀ ਰੈਫਰੈਂਸ ਬੁੱਕ ਵੀ ਦਵਾਂਗੇ। ਸੋ ਮਤਲਬ ਇਹ ਕਿ ਜਿਹੜੇ ਬੱਚੇ ਇੰਟੈਲੀਜੈਂਟ ਨੇ ਜਾਂ ਕਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਲਾਸ ਵਿੱਚ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਸਟੂਡੈਂਟ ਵੇਖਣ ਨੂੰ ਮਿਲਦੇ ਨੇ, ਕੁਝ ਇੰਟੈਲੀਜੈਂਟ ਹੁੰਦੇ ਨੇ, ਕੁਝ ਗਿਫਟਡ ਹੁੰਦੇ ਨੇ, ਕੁਝ ਸਲੋ ਲਰਨਰਸ ਹੁੰਦੇ ਨੇ। ਸੋ ਉਹਨਾਂ ਲਈ ਆਪਾਂ ਵੱਖਰਾ ਜਿਹੜਾ ਤਰੀਕਾ ਹੈਗਾ ਜੀ ਉਹ ਅਪਣਾ ਸਕਦੇ ਆ। ਰੱਖਣਾ ਉਹਨਾਂ ਨੂੰ ਸੇਮ ਕਲਾਸ ਵਿੱਚ ਹੀ ਹੈ, ਆਪਾਂ ਇਹ ਨਹੀਂ ਕਹਿ ਰਹੇ ਕਿ ਉਹਨਾਂ ਦੀ ਮੈਂਟਲ ਐਬਿਲਿਟੀ ਦੇ ਆਧਾਰ ਤੇ ਉਹਨਾਂ ਨੂੰ ਕੀ ਕਰ ਦੋ, ਵੰਡ ਦੋ, ਵੰਡਣਾ ਨਹੀਂ ਹੈਗਾ। ਬਸ ਉਹਨਾਂ ਨੂੰ ਆਪਾਂ ਵਰਕ ਡਿਫਰੈਂਟ ਦੇ ਸਕਦੇ ਆ ਉਹਨਾਂ ਦੀ ਮੈਂਟਲ ਕੈਪੇਬਿਲਿਟੀ ਦੇ ਹਿਸਾਬ ਨਾਲ। ਐਂਡ ਇਹਦੇ ਵਿੱਚ ਆਪਾਂ ਬੱਚਿਆਂ ਨੂੰ ਰੈਗੂਲਰ ਫੀਡਬੈਕ ਦਿੰਨੇ ਆ ਐਂਡ ਟੀਚਰਸ ਨੂੰ ਵੀ ਰੈਗੂਲਰ ਫੀਡਬੈਕ ਮਿਲਦਾ ਰਹਿੰਦਾ ਹੈ। ਬੱਚੇ ਆਪਦੇ ਪੇਪਰਾਂ ਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਨੇ ਜਦੋਂ ਆਪਾਂ ਸੀਸੀਈ ਦੀ ਗੱਲ ਕਰਦੇ ਆ। ਜਦੋਂ ਆਪਾਂ ਬੈਨੀਫਿਟਸ ਦੀ ਗੱਲ ਕੀਤੀ ਤੇ ਇਹਦੇ ਕੁਝ ਨੁਕਸਾਨ ਵੀ ਹੋ ਸਕਦੇ ਆ। ਨੁਕਸਾਨ ਕਿਵੇਂ ਹੋ ਸਕਦੇ ਆ? ਹਾਲਾਂਕਿ ਤੁਹਾਡੇ ਪੇਪਰ ਵਿੱਚ ਨੁਕਸਾਨ ਬਾਰੇ ਤਾਂ ਨਹੀਂ ਪੁੱਛਿਆ ਜਾਊਗਾ, ਬਟ ਓਵਰਆਲ ਡਿਵੈਲਪਮੈਂਟ ਲਈ, ਓਵਰਆਲ ਅੰਡਰਸਟੈਂਡਿੰਗ ਲਈ ਤੁਹਾਨੂੰ ਇਹ ਗੱਲ ਸਮਝਣੀ ਵੀ ਜ਼ਰੂਰੀ ਹੈ ਕਿ ਚੈਲੰਜਸ ਕੀ ਨੇ ਸੀਸੀਈ ਦੇ। ਸੀਸੀਈ ਬੜਾ ਹੀ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਆ। ਜਦੋਂ ਕਿੰਨੀਆਂ ਸਾਰੀਆਂ ਅਸੈਸਮੈਂਟ ਜਦੋਂ ਟੀਚਰ ਦੇ ਹੱਥ ਵਿੱਚ ਆ ਜਾਣਗੀਆਂ ਤੇ ਜਿਹੜਾ ਟੀਚਰ ਹੈਗਾ ਜੀ ਉਹ ਮੈਕਸਿਮਮ ਟਾਈਮ ਯੂਜ਼ ਕਰੇਗਾ ਬੱਚਿਆਂ ਦੀ ਅਸੈਸਮੈਂਟ ਲਈ। ਸੋ ਜਿਹਦੇ ਕਰਕੇ ਕਹਿ ਸਕਦੇ ਆ ਇਹ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ। ਰਿਕੁਆਇਰਡ ਟੀਚਰ ਟ੍ਰੇਨਿੰਗ, ਕਈ ਵਾਰ ਜਿਹੜੇ ਟੀਚਰ ਹੁੰਦੇ ਨੇ ਜੀ ਉਹ ਇੰਨੇ ਜ਼ਿਆਦਾ ਐਲੀਜੀਬਲ ਨਹੀਂ ਹੁੰਦੇ, ਭਾਵ ਕਿ ਖਾਸ ਟ੍ਰੇਨਿੰਗ ਦੀ ਲੋੜ ਪੈਂਦੀ ਹੈ ਜਦੋਂ ਵੀ ਆਪਾਂ ਸੀਸੀਈ ਦੀ ਗੱਲ ਕਰਦੇ ਆ। ਸੋ ਇਹਦੇ ਲਈ ਖਾਸ ਟੀਚਰ ਦੀ ਟ੍ਰੇਨਿੰਗ ਦੀ ਲੋੜ ਪੈਂਦੀ ਹੈ। ਕੈਨ ਬੀ ਸਬਜੈਕਟਿਵ ਦਾ ਮਤਲਬ ਇਹ ਹੈ ਕਿ ਕੋਈ ਟੀਚਰ ਜਦੋਂ ਕੋਈ ਪੇਪਰ ਚੈੱਕ ਕਰਦਾ ਹੈ ਤੇ ਉਹਦਾ ਪੁਆਇੰਟ ਆਫ ਵਿਊ, ਉਹਦੇ ਜਿਹੜੇ ਬਾਇਸਿਸ ਨੇ ਜੀ, ਇਸ ਦੇ ਨਾਲ ਹੀ ਕਹਿ ਸਕਦੇ ਆ ਕਿ ਇੱਕ ਟੀਚਰ ਇੱਕੋ ਟੈਸਟ ਨੂੰ ਜਦੋਂ ਚੈੱਕ ਕਰਦਾ ਹੈ ਤੇ ਉਹ ਵੱਖਰੇ ਤਰੀਕੇ ਨਾਲ ਕਰ ਸਕਦਾ ਹੈ। ਜਦੋਂ ਕੋਈ ਦੂਸਰਾ ਟੀਚਰ ਉਸ ਸੇਮ ਪੇਪਰ ਨੂੰ ਚੈੱਕ ਕਰੂਗਾ ਤੇ ਇਹਦੇ ਨਾਲ ਉਹ ਸਮਝ ਸਕਦੇ ਆ ਕਿ ਉਹ ਦੂਸਰੇ ਤਰੀਕੇ ਨਾਲ ਚੈੱਕ ਕਰ ਸਕਦਾ ਹੈ। ਸੋ ਜਦੋਂ ਵੀ ਆਪਾਂ ਕੈਨ ਬੀ ਸਬਜੈਕਟਿਵ ਦੀ ਗੱਲ ਕਰਦੇ ਆ ਸੋ ਇਹਦੇ ਵਿੱਚ ਇੰਟਰਪ੍ਰੀਟੇਸ਼ਨ ਵੀ ਮੈਟਰ ਕਰਦੀ ਹੈ। ਸੋ ਇਹ ਵੀ ਕਹਿ ਸਕਦੇ ਆ ਕਿ ਇਹ ਵੀ ਕੈਨ ਬੀ ਸਬਜੈਕਟਿਵ, ਇਹ ਵੀ ਚੈਲੰਜਸ ਹੈਗੇ ਨੇ ਜੀ ਸੀਸੀਈ ਦੇ। may not accurately measure all aspect of learning ਕਿ ਲਰਨਿੰਗ ਦੇ ਸਾਰੇ ਐਸਪੈਕਟ ਨੂੰ ਇਹਦੇ ਵਿੱਚ ਇਨਕਲੂਡ ਨਹੀਂ ਕੀਤਾ ਜਾਂਦਾ। ਸੋ ਇਹ ਸੀਗੀ ਜੀ ਤੁਹਾਡੀ ਛੋਟੀ ਜੀ ਕਲਾਸ ਸੀਸੀਈ ਤੇ। ਟੌਪਿਕ ਕਾਫੀ ਇੰਪੋਰਟੈਂਟ ਹੈ, ਉਮੀਦ ਕਰਦਾ ਸੈਸ਼ਨ ਨੂੰ ਇੰਜੋਏ ਕੀਤਾ ਹੋਊਗਾ। ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਦਾ ਬਟਨ ਪ੍ਰੈਸ ਕਰਿਓ ਹੀ ਤੇ ਨਾਲ ਕਮੈਂਟ ਕਰਕੇ ਆਪਦੇ ਜਿਹੜੇ ਵਿਊਜ਼ ਨੇ ਜੀ ਉਹ ਵੀ ਜਰੂਰ ਦੱਸਿਓ ਤੇ ਇੱਕ ਜਿਹੜਾ ਲਾਸਟ ਤੇ ਸਬਸਕ੍ਰਾਈਬ ਬਟਨ ਹੋਏਗਾ ਜੀ ਉਹ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਇਸ ਦੇ ਨਾਲ ਹੀ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।